ਸਾਹਿਬ ਜੀ। ਸੁਬੰਤ ਤੋਯੰ ਅਚੁਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ ਗੰਭੀਰੰ ਊਚੈ ਸਰਬਗ ਅਪਾਰਾ ਪ੍ਰਿਤਿਆ ਪ੍ਰਿਯੰ ਵਿਸਰਾਮ ਚਰਨੰ ਅਨਾਥ ਨਾਥੇ ਨਾਨਕ ਸ਼ਰਨੰ ਮ੍ਰਿਗੀ ਪੇਖੰਤ ਬਦਕ ਪ੍ਰਹਾਰੇਨ ਲਖ ਆਵਦੇਹ ਅਹੋ ਦਸ ਰਖੇਨ ਗੋਪਾਲ ਹੈ ਨਾਨਕ ਰੋਮ ਨਾ ਛੇਦਿਅਤੇ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ ਸਰਬ ਕਾਇਨਾਤ ਦੇ ਰਹਿਬਰ ਵਾਲੀਏ ਦੋਜ਼ਹਾਰ ਘਟ ਘਟ ਵਾਸੀ ਸਰਬ ਕਲਾ ਸਮਰੱਥ ਸਤਿਗੁਰੂ ਗੁਰੂ ਗੱਦੀ ਉੱਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬਹੁਤ ਵਡਭਾਗੇ ਹੋ। ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਾਂ। ਅੰਮ੍ਰਿਤ ਰੂਪੀ ਗੁਰਬਾਣੀਆਂ ਆਪ ਜੀ ਸਰਵਣ ਕਰ ਰਹੇ ਸੀ। ਆਓ ਹੁਣ ਕੁਝ ਸਮਾਂ ਚੱਲ ਰਹੀ ਜੋ ਸ਼ਲੋਕ ਸਹਿਸਕ੍ਰਿਤੀ ਗੁਰਬਾਣੀ ਦੀ ਵਿਚਾਰ ਹੈ, ਆਓ ਸਤਿਗੁਰਾਂ ਦੇ ਚਰਨਾਂ 'ਚ ਧਿਆਨ ਨੂੰ ਜੋੜੀਏ, ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਜੋ ਹਰੀ ਲਾਲ ਤੇ ਕ੍ਰਿਸ਼ਨ ਲਾਲ ਦੇ ਨਾਲ ਧੰਨ ਸ਼੍ਰੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਵਿਲਾਸ ਹੋ ਰਹੇ ਨੇ ਸਹਿਸਕ੍ਰਿਤੀ ਵਿੱਚ। ਹੁਣ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਕਿ ਸੁਆਮੀ ਜੀ ਜਿਸ ਹਰੀ ਦੇ ਹਰ ਹਰ ਨਾਮ ਨੂੰ ਸੰਤ ਜਪਦੇ ਨੇ, ਉਹ ਜਿਹੜਾ ਹਰ ਹਰ ਉਹ ਪਰਮਾਤਮਾ ਉਹ ਕੈਸਾ ਹੁੰਦਾ ਹੈ। ਤੇ ਸਤਿਗੁਰੂ ਜੀ ਇਸ ਗੱਲ ਦੀ ਨਿਰਵਿਰਤੀ ਕਰਦੇ ਨੇ। ਇਹ ਗੱਲ ਦਾ ਸਤਿਗੁਰੂ ਜੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਉੱਤਰ ਦਿੰਦੇ ਨੇ। ਸਤਿਗੁਰੂ ਕਹਿਣ ਲੱਗੇ, ਸੁਬੰਤ ਤੋਯੰ ਅਚੁਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ। ਸਤਿਗੁਰੂ ਕਹਿਣ ਲੱਗੇ, ਪਰਮਾਤਮਾ ਸੁਬੰਤ, ਸੁਬੰਤ ਦਾ ਮਤਲਬ ਹੁੰਦਾ ਹੈ ਸ਼ੋਭਨੀਕ। ਤੋਯੰ ਦਾ ਮਤਲਬ ਹੈ ਉਹ, ਅਚੁੱਤ ਦਾ ਮਤਲਬ ਹੈ ਅਗੇੜ, ਤੇ ਗੁਣਗਯੰ ਦਾ ਮਤਲਬ ਹੈ ਸ਼ੁਭ ਗੁਣਾਂ ਦਾ ਗਿਆਤਾ। ਕਹਿਣ ਲੱਗੇ ਸਾਰੇ ਪਰਿਪੂਰਨ, ਉਹ ਸ਼ੋਭਨੀਕ ਅਗੇੜ ਸ਼ੁਭ ਗੁਣਾਂ ਦਾ ਗਿਆਤਾ, ਸਾਰੇ ਪਰਿਪੂਰਨ ਹੈ ਤੇ ਬਹੁਲਤਾ ਕਰਕੇ ਕਿਰਪਾਲੂ ਦਿਆਲੂ ਹੈ। ਇਹ ਜੀਵ, ਜੇ ਤੂੰ ਆਪਣੀ ਸੋਭਾ ਨੂੰ ਚਾਹੁੰਦਾ ਹੈ ਨਾ, ਸੋਭਾ ਨੂੰ, ਤਾਂ ਅਗੇੜ ਪ੍ਰਭੂ ਦੇ ਗੁਣਾਂ ਨੂੰ ਗਿਆਤ ਪੂਰਵਕ ਗਾਉਣਾ ਕਰ। ਉਹ ਪੂਰਨ ਪਰਮਾਤਮਾ ਬੜਾ ਕਿਰਪਾਲੂ ਹੈ। ਅੱਗੇ ਸਤਿਗੁਰੂ ਕਹਿੰਦੇ ਨੇ, ਗੰਭੀਰੰ ਊਚੈ ਸਰਬਗ ਅਪਾਰਾ। ਕਹਿਣ ਲੱਗੇ ਗੰਭੀਰ ਨਾਮ ਹੁੰਦਾ ਹੈ ਡੂੰਘੇ। ਸਤਿਗੁਰੂ ਕਹਿਣ ਲੱਗਾ ਬੜੇ ਡੂੰਘੇ ਦਿਲ ਵਾਲਾ, ਸਾਰਿਆਂ ਤੋਂ ਉੱਚਾ, ਸਭ ਦਾ ਗਿਆਤਾ ਏ। ਉਹ ਸਰਬ ਸ਼ਕਤੀਮਾਨ ਹੈ, ਪ੍ਰਵਿਰਤੀ ਤੇ ਪਾਰਾਵਾਰ ਤੋਂ ਰਹਿਤ, ਭਾਵ ਬੇਅੰਤ ਹੈ।
ਭ੍ਰਿਤਿਆ ਪ੍ਰਿਯੰ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸ਼ਰਣੰ। ਕਹਿਣ ਲੱਗੇ ਉਹ ਆਪਣੀਆਂ ਦਾਸਾਂ ਦਾ ਪਿਆਰਾ ਏ, ਆਪਣੀਆਂ ਦਾਸਾਂ ਦਾ। ਤੇ ਪ੍ਰਸ਼ਨ ਕੀਤਾ ਕਿ ਕਿਹੜਿਆਂ ਦਾਸਾਂ ਦਾ ਉਹ ਪਿਆਰਾ ਹੈ? ਜਿਨ੍ਹਾਂ ਦਾ ਪਿਆਰਾ ਹੈ ਉਹ ਦਾਸ ਕਿਹੜੇ ਜੇ? ਤੇ ਸਤਿਗੁਰਾਂ ਨੇ ਆਖਿਆ ਜਿਨ੍ਹਾਂ ਦਾ ਹਰ ਦਮ ਉਸ ਦੇ ਚਰਨ ਦੀ, ਉਸ ਦੇ ਪਰਮੇਸ਼ਰ ਦੇ, ਉਸ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰ। ਤੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਫਿਰ ਬੇਨਤੀ ਕੀਤੀ, ਪ੍ਰਭੂ ਸਭ ਪਾਸਿਓਂ ਸਾਡਾ ਪ੍ਰੇਮ ਛੁਡਾ ਕੇ ਆਪ ਜੀ ਨੇ ਸਾਨੂੰ ਇੱਕ ਪਰਮਾਤਮਾ ਦੇ ਚਰਨਾਂ ਦੀ ਓਟ ਫੜਾਈ ਹੈ। ਪਰ ਜਿਸ ਵੇਲੇ ਕੋਈ ਮੁਸੀਬਤ ਦਾ ਵੇਲਾ ਹੋਵੇ ਤਾਂ ਉਸ ਵੇਲੇ ਸਾਡੀ ਸਹਾਇਤਾ ਸੰਬੰਧੀਆਂ ਤੋਂ ਬਿਨਾਂ ਕੌਣ ਕਰੇਗਾ? ਤੇ ਸਤਿਗੁਰਾਂ ਨੇ ਆਖਿਆ ਜਿਸ ਪਰਮਾਤਮਾ ਦੀ ਓਟ ਫੜੀ ਹੈ ਨਾ, ਜਿਹਦੀ ਓਟ ਲਈ ਹੈ, ਉਹੀ ਪ੍ਰਭੂ ਤੁਹਾਡੀ ਸਹਾਇਤਾ ਵੀ ਕਰੇਗਾ। ਉਸ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਹੈ। ਤੇ ਬੇਨਤੀ ਕੀਤੀ ਹੈ ਪ੍ਰਭੂ, ਇਹ ਸਤਿਗੁਰ ਜੀ ਉਸ ਪ੍ਰਭੂ ਨੇ ਕਿਸ ਦੀ ਸਹਾਇਤਾ ਕੀਤੀ ਹੈ? ਤੇ ਸਤਿਗੁਰ ਜੀ ਉਦਾਹਰਨ ਦੇ ਵਜੋਂ ਇੱਕ ਹਰਣੀ ਦੀ ਕਥਾ ਸੁਣਾ ਕੇ ਨਾ, ਹਰਣੀ ਦੀ ਸਾਖੀ ਸੁਣਾ ਕੇ ਤੇ ਸਤਿਗੁਰ ਜੀ ਫਿਰ ਉਪਦੇਸ਼ ਉਹਨੂੰ ਦਿੰਦੇ ਨੇ। ਕਹਿਣ ਲੱਗੇ ਦੇਖੋ ਕਿਸ ਤਰ੍ਹਾਂ ਸਤਿਗੁਰੂ ਸਹਾਇਤਾ ਕਰਦਾ ਹੈ, ਪਰਮਾਤਮਾ ਸਹਾਇਤਾ ਕਰਦਾ ਹੈ। ਕਹਿਣ ਲੱਗੇ ਇੱਕ ਗਰਭਵਤੀ ਹਰਣੀ ਸੀ, ਜੰਗਲ ਦੇ ਵਿੱਚ ਆਪਣੀ ਸੁੱਖ ਦੀ ਨੀਂਦ ਸੁੱਤੀ ਹੋਈ ਸੀ। ਤੇ ਜਦੋਂ ਸ਼ਿਕਾਰੀ ਨੇ ਆ ਕੇ ਉਸ ਨੂੰ ਦੂਰੋਂ ਦੇਖਿਆ ਤੇ ਹਰਣੀ ਜਿਹੜੀ ਸੁੱਤੀ ਹੈ, ਉਸਨੇ ਹਰਣੀ ਦੇ ਚਾਰੇ ਰਸਤੇ ਜਿਹੜੇ ਸੀ ਬੰਦ ਕਰ ਦਿੱਤੇ ਸੀ। ਇੱਕ ਪਾਸੇ ਤਾਂ ਜਾਲ ਤਾਣ ਦਿੱਤਾ, ਦੂਜੇ ਪਾਸੇ ਅੱਗ ਬਾਲ ਦਿੱਤੀ, ਤੀਜੇ ਪਾਸੇ ਸ਼ਿਕਾਰੀ ਨੇ ਕੁੱਤਾ ਖੜਾ ਕਰ ਦਿੱਤਾ ਤੇ ਚੌਥੇ ਪਾਸੇ ਆਪ ਬਾਣ ਲੈ ਕੇ, ਤੀਰ ਲੈ ਕੇ ਤੇ ਖਲੋ ਗਿਆ। ਹੁਣ ਅੱਗ ਦੇ ਭਾਂਬੜ ਮਚਣ ਦੀ ਆਵਾਜ਼ ਸੁਣ ਕੇ ਤਾਂ ਅੱਗ ਦੇ ਸੇਕ ਆਉਣ ਕਰਕੇ ਜਦ ਹਰਣੀ ਉੱਠ ਕੇ ਦੌੜੀ ਤਾਂ ਅੱਗੇ ਜਾਲ ਤਾਣਿਆ ਹੋਇਆ ਹੈ। ਹੁਣ ਦੂਜੇ ਪਾਸੇ ਜਾਂਦੀ ਹੈ ਤੇ ਕੁੱਤਾ ਖਲੋਤਾ ਹੈ, ਤੀਜੇ ਪਾਸੇ ਗਈ ਤਾਂ ਸ਼ਿਕਾਰੀ ਖਲੋਤਾ ਹੈ। ਸਭ ਰਸਤੇ ਬੰਦ ਵੇਖ ਕੇ ਤੇ ਉਸ ਵੇਲੇ ਨਿਰਾਸ਼ ਹੋ ਕੇ ਤੇ ਉਹ ਹਰਣੀ ਨੇ ਵੀ ਨਾ ਪ੍ਰਭੂ ਨੂੰ ਯਾਦ ਕੀਤਾ ਤੇ ਯਾਦ ਕਰਦੀ ਹੋਈ ਬੇਨਤੀ ਕਰਨ ਲੱਗੀ, ਹੈ ਦੇਨ ਬੰਧੂ ਸਤਿਗੁਰੂ, ਤੇਰੇ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਹੈ, ਜਲਦੀ ਆ ਕੇ ਤੇ ਮੇਰੀ ਰੱਖਿਆ ਕਰਨੀ ਕਰ। ਉਸ ਵੇਲੇ ਭਗਵਾਨ ਨੇ ਐਸੀ ਕਲਾ ਵਰਤਾਈ, ਆਪਣੇ ਸੰਕਲਪ ਮਾਤਰ ਦੇ ਨਾਲ ਹੀ ਉਸ ਦੇ ਚਾਰੇ ਰਸਤੇ ਸੀ ਖੋਲ੍ਹ ਦਿੱਤੇ। ਪਹਿਲਾਂ ਬੜੀ ਹਨੇਰੀ ਚੱਲੀ, ਉਸਨੇ ਜਾਲ ਤੋੜ ਦਿੱਤਾ, ਉਹ ਜਾਲ ਜਾ ਕੇ ਅੱਗ 'ਚ ਪੈ ਗਿਆ। ਇਸ ਵਜ੍ਹਾ ਦੇ ਨਾਲ ਹਰਣੀ ਦਾ ਇੱਕ ਰਸਤਾ ਜਿਹੜਾ ਖੁੱਲ੍ਹ ਗਿਆ। ਫਿਰ ਬੱਦਲਾਂ ਨੇ ਆ ਕੇ ਵਰਖਾ ਕਰ ਦਿੱਤੀ ਤੇ ਅੱਗ ਬੁਝ ਗਈ। ਇਸ ਵਜ੍ਹਾ ਦੇ ਨਾਲ ਹਰਣੀ ਦਾ ਜਿਹੜਾ ਦੂਜਾ ਰਸਤਾ ਹੈ ਉਹ ਵੀ ਸਾਫ਼ ਹੋ ਗਿਆ। ਤੇ ਜਦੋਂ ਸ਼ਿਕਾਰੀ ਨੇ ਬਾਣ ਮਾਰਿਆ ਤਾਂ ਹੱਥ ਕੰਬਣ ਦੀ ਵਜ੍ਹਾ ਦੇ ਨਾਲ ਉਹ ਬਾਣ ਸ਼ਿਕਾਰੀ ਦੇ ਕੁੱਤੇ ਨੂੰ ਜਾ ਕੇ ਵੱਜ ਗਿਆ। ਹੁਣ ਇਸ ਵਜ੍ਹਾ ਦੇ ਨਾਲ ਹਰਣੀ ਦਾ ਤੀਜਾ ਰਸਤਾ ਜਿਹੜਾ ਸੀ ਨਾ ਉਹ ਵੀ ਖੁੱਲ੍ਹ ਗਿਆ। ਜਿਸ ਜਗ੍ਹਾ 'ਤੇ ਸ਼ਿਕਾਰੀ ਆਪ ਖਲੋਤਾ ਸੀ ਉਤੋਂ ਸੱਪ ਨੇ ਨਿਕਲ ਕੇ ਤੇ ਸ਼ਿਕਾਰੀ ਨੂੰ ਡੰਗ ਮਾਰ ਦਿੱਤਾ। ਸ਼ਿਕਾਰੀ ਵੀ ਜਿਹੜਾ ਉਸੇ ਜਗ੍ਹਾ ਦੇ ਉੱਤੇ ਮ੍ਰਿਤੂ ਹੋ ਗਿਆ। ਇਸ ਵਜ੍ਹਾ ਦੇ ਨਾਲ ਹਰਣੀ ਦਾ ਚੌਥਾ ਰਸਤਾ ਵੀ ਜਿਹੜਾ ਸੀ ਨਾ ਉਹ ਖੁੱਲ੍ਹ ਗਿਆ। ਹੁਣ ਹਰਣੀ ਜਿਹੜੀ ਹੈ ਆਪਣੇ ਸੁੱਖ ਆਨੰਦ ਦੇ ਨਾਲ ਵਣ ਦੇ ਵਿੱਚ ਵਿਚਰਨ ਲੱਗ ਪਈ। ਇਹ ਹਰੀ ਲਾਲ ਕ੍ਰਿਸ਼ਨ ਲਾਲ, ਤੁਸੀਂ ਇਹ ਨਿਯਮ ਸਮਝ ਲਓ ਕਿ ਜਿੱਥੇ ਕੋਈ ਸਹਾਇਤਾ ਨਹੀਂ ਨਾ ਕਰਦਾ ਉੱਥੇ ਪ੍ਰਭੂ ਸਹਾਇਕ ਹੁੰਦਾ ਹੈ। ਜਿੱਥੇ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਬਚਦਾ ਉੱਥੇ ਉਹ ਪਰਮਾਤਮਾ ਜ਼ਰੂਰ ਸਹਾਇਤਾ ਕਰਦਾ ਹੈ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ, ਤੂੰ ਉੱਥੇ ਸਮਰੱਥ ਹੁੰਦਾ ਹੈ ਜਿੱਥੇ ਕੋਈ ਨਹੀਂ ਹੁੰਦਾ। ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਕਹਿੰਦੇ ਨੇ ਮਾਂ ਦੇ ਪੇਟ ਦੀ ਜਿਹੜੀ ਅਗਨੀ ਹੁੰਦੀ ਹੈ ਸਭ ਤੋਂ ਜ਼ਿਆਦਾ ਜਿਹੜੀ ਦਾਵਾ ਅਗਨ ਕਹੀ ਜਾਂਦੀ ਹੈ ਨਾ, ਦਾਵਾ ਅਗਨ, ਉਹ ਜੰਗਲ ਦੀ ਅੱਗ ਨੂੰ ਕਿਹਾ ਜਾਂਦਾ ਹੈ। ਸਾਰਿਆਂ ਤੋਂ ਭਿਆਨਕ ਅੱਗ ਉਹ ਹੁੰਦੀ ਹੈ। ਤੇ ਜਿਹੜੀ ਮਾਤਾ ਦੇ ਗਰਭ ਦੀ ਅੱਗ ਹੁੰਦੀ ਹੈ ਉਹ ਤੋਂ ਵੀ ਭਿਆਨਕ ਹੁੰਦੀ ਹੈ। ਐਸੀ ਅੱਗ ਵਿੱਚ ਵੀ ਜੇ ਪ੍ਰਮਾਤਮਾ ਸਾਨੂੰ ਰੱਖ ਸਕਦਾ ਹੈ।
ਅੱਗੇ ਸਤਿਗੁਰੂ ਹੋਰ ਉਦਾਹਰਨਾਂ ਬੜੀਆਂ ਦਿੰਦੇ ਨੇ। ਜਿਸਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ, ਸਵੈ ਨਾ ਸਕੈ ਤਿਹ ਸ਼ਾਹੇ ਕੋ, ਨਿਫਲ ਜਾਏ ਗਵਾਰ ਜੋ ਸਾਧੂ ਸ਼ਰਣੀ ਪਰੇ, ਤਿਨਕੇ ਕਵਨ ਵਿਚਾਰ ਦੰਤ ਜੀਵ, ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਜਿਸਨੂੰ ਤੂੰ ਰਖਵਾਲਾ ਮਾਰੈ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਜਿੱਤਾ ਤਿਨੈ ਭੈਣ। ਉਹਨੂੰ ਗੁਰਮੁਖੋਂ ਕੋਈ ਨਹੀਂ ਮਾਰ ਸਕਦਾ ਜਿਹਦਾ ਉਹ ਸਤਿਗੁਰੂ ਰਖਵਾਲਾ ਹੁੰਦਾ ਹੈ। ਅੱਗੇ ਸਤਿਗੁਰੂ ਕਹਿਣ ਲੱਗੇ ਇਸ ਤਰ੍ਹਾਂ ਸਹਾਇਤਾ ਕਰਦਾ ਹੈ ਉਹ ਪ੍ਰਮਾਤਮਾ, ਜਿੱਥੇ ਕੋਈ ਸਹਾਇਕ ਨਹੀਂ ਉੱਥੇ ਉਹ ਸਹਾਇਕ ਜ਼ਰੂਰ ਹੋਵੇਗਾ। ਉਹਨੂੰ ਯਾਦ ਕਰਨ ਵਾਲਾ ਤੇਰਾ ਮਨ ਹੋਣਾ ਚਾਹੀਦਾ ਹੈ, ਤੇਰਾ ਹਿਰਦਾ ਹੋਣਾ ਚਾਹੀਦਾ ਹੈ। ਕੇਵਲ ਉੱਤੋਂ ਨਹੀਂ, ਮਨ ਕਰਕੇ ਕਿਤੇ ਅਰਦਾਸ ਕਰੀ ਤੇ ਤੇਰੀ ਅਰਦਾਸ ਜ਼ਰੂਰ ਪੂਰੀ ਹੋਵੇਗੀ। ਭਾਈ ਮੱਖਣ ਸ਼ਾਹ ਲੁਬਾੜੇ ਨੇ ਬੇੜਾ ਡੁੱਬਦਾ ਸੀ ਭਾਈ ਮੱਖਣ ਸ਼ਾਹ ਲੁਬਾਣੇ ਦਾ, ਬੇੜੇ ਦੇ ਵਿੱਚੋਂ ਹੀ ਸਤਿਗੁਰਾਂ ਨੂੰ ਆਜ਼ਾਦ ਕੀਤਾ। ਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਬੜਾ ਚਿਰ ਹੋ ਗਿਆ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ। ਜੋ ਵੀ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੀ ਸੇਵਾ ਨਿਭਾ ਰਿਹਾ ਏ, ਗੁਰਗੱਦੀ ਦੇ ਉੱਤੇ ਵਿਰਾਜਮਾਨ ਹੈ ਨਾ, ਉਹਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਰੇ ਡੁੱਬਦੇ ਬੇੜੇ ਨੂੰ ਪਾਰ ਲਾਵੇ। ਤੇ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਸੀ ਤੇ ਮੱਖਣ ਸ਼ਾਹ ਲੁਬਾਣੇ ਦਾ ਜਿਹੜਾ ਡੁੱਬਦਾ ਬੇੜਾ ਸੀ ਉਹ ਪਾਰ ਕਰ ਦਿੱਤਾ ਸੀ। ਤੇ ਉਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ 'ਤੇ ਕੌਣ ਬੈਠਾ ਏ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਤੇ ਜਦੋਂ ਬਾਬੇ ਬਕਾਲੇ ਜਾ ਕੇ ਵੇਖਿਆ ਤੇ ਸੋਢੀ ਕੁਲ ਦੇ ਜਿੰਨੇ ਵੀ ਕੁਲ ਦੇ ਵਿੱਚ ਬੰਦੇ ਹੋਏ ਸਾਰੇ ਜਿਹੜੇ ਸੀ ਨਾ ਮੰਜੀਆਂ ਲਾ ਕੇ ਤੇ ਗੁਰੂ ਬਣੇ ਬੈਠੇ ਸੀ। 22 ਗੁਰੂ ਬਣੇ ਸਨ ਉਸ ਵੇਲੇ। ਤੇ 500 ਮੋਹਰ ਸੁਖੀ ਸੀ ਉਸਨੇ ਉਸ ਬੇੜੀ ਦੇ ਵਿੱਚ ਜਦੋਂ ਅਰਦਾਸ ਕੀਤੀ ਕਿ ਸਤਿਗੁਰੂ ਬੇੜਾ ਬੰਨੇ ਲਾ ਦੇ 500 ਮੋਹਰ ਜਿਹੜੀ ਹੈ ਮੈਂ ਤੈਨੂੰ ਚੜਾਵਾਂਗਾ। ਹੁਣ ਪਹਿਚਾਣ ਦੇ ਵਿੱਚ ਕਿੱਦਾਂ ਆਵੇ ਵੀ ਕਿਹੜਾ ਇੱਥੇ ਅਸਲੀ ਗੁਰੂ ਹੈ। ਹੁਣ 2-2 ਮੋਹਰਾਂ ਸਾਰਿਆਂ ਨੂੰ ਚੜਾਈ ਜਾਂਦਾ ਹੈ। ਸਾਰੇ ਆਪੋ ਆਪਣੇ ਗੁਰੂ ਦੀ ਉਸਤਤ ਕਰਦੇ ਨੇ ਕਿ ਆਹ ਅਸਲੀ ਗੁਰੂ, ਆਹ ਅਸਲੀ ਗੁਰੂ ਹੈ, ਪਰ ਮਨ ਨੂੰ ਸ਼ਾਂਤੀ ਕਿਤੇ ਵੀ ਨਾ ਮਿਲੀ। ਤੇ ਕਿਸੇ ਨੂੰ ਪੁੱਛਿਆ ਕਿ ਕੋਈ ਹੋਰ ਵੀ ਇੱਥੇ ਗੁਰੂ ਵੀ ਰਹਿੰਦਾ ਹੈ? ਕਹਿਣ ਲੱਗਾ ਰਹਿੰਦਾ ਹੈ। ਕਹਿੰਦੇ ਲੋਕੀ ਤੇਗਾ ਕਮਲਾ ਕਹਿੰਦੇ ਉਹਨੂੰ, ਤੇਗਾ ਕਮਲਾ, ਤੇਗਾ ਕਮਲਾ ਕਹਿੰਦੇ ਨੇ ਉਹਨੂੰ। ਜਾ ਕੇ ਤੇ ਦਰਸ਼ਨ ਕੀਤੇ ਨਾ, ਜਦੋਂ 2 ਮੋਹਰਾਂ ਰੱਖ ਕੇ ਜਦੋਂ ਮੱਥਾ ਟੇਕਣ ਲੱਗਾ ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੋਲ ਪਏ, ਕਹਿਣ ਲੱਗੇ 500 ਸੁੱਖ ਕੇ ਤੇ ਹੁਣ 2 ਰੱਖੀਆਂ ਹੀ। ਮੋਢੇ ਦੇ ਉੱਤੇ ਪੱਲਾ ਚੁੱਕ ਦਿੱਤਾ ਤੇ ਮੋਢਾ ਜਿਹੜਾ ਸੀ ਨਾ ਸਤਿਗੁਰਾਂ ਦਾ ਸਾਰਾ ਹੀ ਲਹੂ ਲੁਹਾਨ ਹੋਇਆ ਸੀ। ਕਹਿਣ ਲੱਗੇ ਮੋਢਾ ਦੇ ਕੇ ਤੇਰੇ ਬੇੜੇ ਨੂੰ ਪਾਰ ਕੀਤਾ ਏ। ਫਿਰ ਜਾ ਕੇ ਚਰਨਾਂ ਤੇ ਡਿੱਗਿਆ ਤੇ ਉਹਨੇ ਵਾਜਾ ਦਿੱਤਾ, ਗੁਰ ਲਾਧੋ ਰੇ, ਗੁਰ ਲਾਧੋ ਰੇ, ਕਿ ਅਸਲੀ ਗੁਰੂ ਲੱਭ ਗਿਆ ਹੈ। ਇਹ ਜਿਹੜੇ 22 ਬੈਠੇ ਨੇ ਨਾ ਇਹ ਝੂਠੇ ਨੇ, ਅਸਲੀ ਗੁਰੂ ਤਾਂ ਆਹ ਹੈ ਗੁਰੂ ਤੇਗ ਬਹਾਦਰ। ਤੇ ਜੇ ਅਰਦਾਸ ਕਰਨੀ ਹੈ ਗੁਰਮੁਖੋਂ ਮੱਖਣ ਸ਼ਾਹ ਲੁਬਾਣੇ ਵਰਗੀ ਕਰੀਏ। ਮੱਖਣ ਸ਼ਾਹ ਲੁਬਾਣੇ ਦੇ ਹਿਰਦੇ ਮਨ ਕਰਕੇ ਉਹਨੇ ਅਰਦਾਸ ਕੀਤੀ, ਹਿਰਦੇ ਦੇ ਨਾਲ ਅਰਦਾਸ ਕੀਤੀ ਸੀ। ਗੁਰੂ ਦੇ ਪ੍ਰੇਮ 'ਚ ਭਿੱਜ ਕੇ ਅਰਦਾਸ ਕੀਤੀ ਸੀ ਤੇ ਪੂਰੀ ਹੋ ਗਈ। ਅਰਦਾਸਾਂ ਜ਼ਰੂਰ ਪੂਰੀਆਂ ਹੁੰਦੀਆਂ ਨੇ। ਸਿੱਖਾ ਯਾਦ ਰੱਖੀ, ਤੇਰੀ ਸ਼ਰਧਾ 'ਚ ਫਰਕ ਹੋ ਸਕਦਾ ਹੈ, ਗੁਰੂ ਦੀ ਕਿਰਪਾ 'ਚ ਕੋਈ ਫਰਕ ਨਹੀਂ ਹੈ। ਅਰਦਾਸ ਕੀਤੀ ਸੀ ਰਮਦਿੱਤੇ ਧੋਬੀ ਦੀ ਘਰ ਵਾਲੀ ਨੇ, ਥੜਾ ਬਣਾਇਆ ਸੀ ਨਾ। ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਦੋਂ ਸੀਸ ਲੈ ਕੇ ਗਏ ਸੀ ਦਿੱਲੀ ਤੋਂ, ਤੇ ਰਮਦਿੱਤੇ ਧੋਬੀ ਦੇ ਘਰ ਜਾ ਕੇ ਠਹਿਰੇ। ਰਸਤੇ ਵਿੱਚ ਜਿੱਥੇ ਰਾਤ ਪਈ ਉੱਥੇ ਠਹਿਰ ਗਏ। ਰਮਦਿੱਤੇ ਧੋਬੀ ਦਾ ਘਰ ਹੈ। ਤੇ ਜਿਹੜੀ ਗਠੜੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਬਾਬਾ ਜੀਵਨ ਸਿੰਘ ਜੀ ਨੇ ਲਪੇਟਿਆ, ਉਹ ਜਾ ਕੇ ਨਾ ਸੀਸ ਵਾਲਾ ਜਿਹੜੀ ਗਠੜੀ ਸੀ ਉਹ ਥੜੇ 'ਤੇ ਰੱਖ ਦਿੱਤੀ। ਤੇ ਰਮਦਿੱਤੇ ਧੋਬੀ ਦੀ ਘਰ ਵਾਲੀ ਭੱਜੀ ਆਈ ਕਿ ਭਰਾਵਾ ਆ ਜਿਹੜਾ ਥੜਾ ਹੈ ਨਾ ਇਹ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ 'ਤੇ ਬਣਾਇਆ ਹੈ, ਇੱਥੋਂ ਆਪਣਾ ਸਮਾਨ ਚੁੱਕ ਲੈ। ਸਭ ਤੋਂ ਪਹਿਲਾਂ ਗੁਰੂ ਜੀ ਆ ਕੇ ਬੈਠਣਗੇ
ਤੇ ਫਿਰ ਜਾ ਕੇ ਅਸੀਂ ਇਸ ਥੜੇ ਨੂੰ ਵਰਤਣਾ ਹੈ। ਬੜਾ ਸੁੰਦਰ ਥੜਾ ਬਣਾਇਆ ਸੀ ਤੇ ਭੁੱਬਾਂ ਮਾਰ ਕੇ ਬਾਬਾ ਜੀਵਨ ਸਿੰਘ ਜੀ ਰੋ ਪਏ। ਕਹਿਣ ਲੱਗੇ, ਗੁਰਮੁਖਾ ਇਹ ਗੁਰੂ ਤਾਂ ਉਹੀ ਹੈ ਪਰ ਰੂਪ ਹੋਰ ਆ ਗਿਆ। ਤੇਰੀ ਸ਼ਰਧਾ ਨੂੰ ਫਲ ਲੱਗਾ ਏ, ਤੇਰੀ ਭਾਵਨਾ ਸਤਿਗੁਰਾਂ ਨੇ ਆਪਣਾ ਸਰੀਰ ਭਾਵੇਂ ਤਿਆਗੇ ਨੇ ਤਾਂ ਵੀ ਤੇਰੀ ਭਾਵਨਾ ਨੂੰ ਫਲ ਆਇਆ, ਪੂਰੀ ਕੀਤਾ ਹੈ। ਗੁਰਮੁਖੋ ਅਰਦਾਸਾਂ ਕਰਨੀਆਂ ਤੇ ਐਸੀਆਂ ਕਰੀਏ, ਮਨ ਕਰਕੇ ਕਰੀਏ, ਸ਼ਰਧਾ ਭਾਵਨਾ ਨਾ ਕਰੀਏ ਤੇ ਸਤਿਗੁਰੂ ਜ਼ਰੂਰ ਪੂਰੀ ਕਰਦੇ ਨੇ। ਅੱਗੇ ਸਤਿਗੁਰੂ ਕਹਿਣ ਲੱਗੇ, ਉਥੇ ਸਤਿਗੁਰੂ ਰੱਖਦੇ ਨੇ ਜਿੱਥੇ ਕੋਈ ਵੀ ਰਖਵਾਲਾ ਨਹੀਂ ਹੁੰਦਾ। ਜਿਸ ਤਰ੍ਹਾਂ ਹਿਰਨੀ ਦਾ ਸਤਿਗੁਰਾਂ ਨੇ ਜਾਨ ਬਚਾਈ, ਪ੍ਰਮਾਤਮਾ ਨੇ ਜਾਨ ਬਚਾਈ। ਅੱਗੇ ਕਹਿੰਦੇ, ਮ੍ਰਿਗੀ ਪੇਖੰਤ ਬਦਕ ਪ੍ਰਹਾਰਣੇ ਲੱਖ ਆਵਦਹੇ। ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ ਲੱਖ ਆਵਦਹੇ। ਕਹਿੰਦੇ ਨੇ ਹਰਨੀ ਦੇ ਨਿਸ਼ਾਨੇ ਨੂੰ ਦੇਖ ਕੇ ਸ਼ਿਕਾਰੀ ਨੇ ਸ਼ਸਤਰ ਅਰਥਾਤ ਬਾਣ ਪ੍ਰਹਾਰ ਮਾਰਿਆ। ਅਹੋ ਜਸ ਰਖੇਨ ਗੋਪਾਲੈ ਨਾਨਕ ਰੋਮ ਨ ਛੇਦਿਅਤੇ। ਪਰ ਬੜਾ ਅਚਰਜ ਹੈ ਕਿ ਜਿਸ ਦੀ ਰੱਖਿਆ ਕਰਨ ਵਾਲਾ ਪ੍ਰਭੂ ਆਪ ਹੋਵੇ ਨਾ, ਉਸ ਦਾ ਕੋਈ ਰੋਮ ਵੀ ਨਹੀਂ ਕੱਟ ਸਕਦਾ। ਜਾ ਕੋ ਰਾਖੇ ਸਾਵਲਾ ਮਾਰ ਨਾ ਸਾਕੈ ਕੋਏ। ਵਾਲ ਨਾ ਬਾਂਕਾ ਕਰ ਸਕੇ ਜਾਓ ਸਭ ਜਗ ਵੈਰੀ ਹੋਏ। ਦੇਖੋ ਗੁਰਮੁਖੋ, ਹਰਨਾਕਸ਼ ਨੇ ਭਾਵੇਂ ਕਿਤਨੇ ਵੀ ਦੁੱਖ ਦਿੱਤੇ ਨੇ ਪਰ ਆਪਣੇ ਪੁੱਤਰ ਪ੍ਰਹਿਲਾਦ ਨੂੰ, ਪਰ ਪ੍ਰਹਿਲਾਦ ਭਗਤ ਦੀ ਰੱਖਿਆ ਭਗਵਾਨ ਨੇ ਆਪ ਕੀਤੀ ਹੈ। ਥੰਮ ਦੇ ਵਿੱਚੋਂ ਨਿਕਲ ਕੇ ਤੇ ਨਰ ਸਿੰਘ ਦਾ ਰੂਪ ਧਾਰ ਕੇ ਹਰਨਾਕਸ਼ ਨੂੰ ਨਹੁੰਆਂ ਨਾਲ ਚੀਰਿਆ। ਹਰਨਾਕਸ਼ ਨੂੰ ਹੁਣ ਵਾਰਸੀ ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧੁੱਪੇ ਮਰਾਂ ਨਾ ਛਾਵੇਂ ਮਰਾਂ, ਨਾ ਮੈਨੂੰ ਕੋਈ ਬੰਦਾ ਮਾਰੇ ਨਾ ਜਾਨਵਰ ਮਾਰੇ, ਨਾ ਕਿਸੇ ਹਥਿਆਰ ਨਾ ਮੇਰੀ ਮੌਤ ਹੋਵੇ। ਇਹ ਵਰ ਦਿੱਤੇ ਸਨ ਪਰਮਾਤਮਾ ਨੇ। ਉਹਨੇ ਬੰਦਗੀ ਕਰਕੇ ਵਰ ਪਾਏ ਸਨ, ਪਰ ਜਦੋਂ ਵਰ ਪਾ ਲਏ ਤੇ ਹੰਕਾਰ 'ਚ ਆ ਗਿਆ। ਜਦੋਂ ਹੰਕਾਰ ਵਿੱਚ ਆ ਗਿਆ, ਕਹਿਣ ਲੱਗਾ, ਲੋਕੀ ਕਹਿੰਦੇ ਸਨ ਜਲੇ ਹਰੀ ਥਲੇ ਹਰੀ, ਇਹ ਕਹਿਣ ਲੱਗਾ ਜਲੇ ਹਰਨਾਕਸ਼ ਥਲੇ ਹਰਨਾਕਸ਼। ਇਹ ਕਹੋ, ਪਰ ਆਪਣਾ ਹੀ ਪੁੱਤਰ ਜਿਹੜਾ ਸੀ ਉਲਟ ਹੋ ਗਿਆ ਸੀ। ਆਪਣਾ ਹੀ ਪੁੱਤਰ ਭਗਤ ਪ੍ਰਹਿਲਾਦ, ਉਹ ਕਹਿਣ ਲੱਗਾ ਪਰਮਾਤਮਾ ਏ, ਜੋ ਵੀ ਹੈ ਪਰਮਾਤਮਾ ਏ ਪਿਤਾ ਜੀ, ਤੁਸੀਂ ਵੀ ਉਹਦਾ ਦਿੱਤਾ ਖਾਣੇ ਹੋ। ਕਹਿਣ ਲੱਗਾ, ਵੇਖਦਾ ਤੇਰਾ ਪਰਮਾਤਮਾ ਕਿਵੇਂ ਰੱਖਦਾ ਏ। ਤੇ ਗੁਰਮੁਖੋ, ਅੱਗ ਦੇ ਵਿੱਚ ਵੀ ਸਾੜਿਆ ਗਿਆ ਪਰ ਅੱਗ ਵੀ ਕੁਝ ਨਾ ਵਿਗਾੜ ਸਕੀ। ਜਦੋਂ ਤੱਤੇ ਥੰਮ ਦੇ ਨਾਲ ਬੰਨਿਆ ਗਿਆ, ਭਗਵਾਨ ਨੇ ਕੀੜੀ ਦਾ ਰੂਪ ਹੋ ਕੇ ਤੱਤੇ ਥੰਮ ਦੇ ਉੱਤੇ ਆ ਗਏ ਤੇ ਉਹਦੀ ਨਿਗਾਹ ਪਈ ਭਗਤ ਪ੍ਰਹਿਲਾਦ ਦੀ। ਕਹਿਣ ਲੱਗਾ, ਜੇ ਕੀੜੀ ਨੂੰ ਇਹ ਥੰਮ ਕੁਝ ਨਹੀਂ ਕਹਿੰਦਾ ਤੇ ਮੈਨੂੰ ਵੀ ਕੁਝ ਨਹੀਂ ਕਹਿੰਦਾ। ਤੇ ਫਿਰ ਨਰ ਸਿੰਘ ਦਾ ਰੂਪ ਧਾਰ ਕੇ ਭਗਵਾਨ ਆਪ ਆਏ, ਦਰਵਾਜ਼ੇ ਦੀ ਦਹਲੀਜ਼ ਤੇ ਲੈ ਗਏ। ਅੱਧਾ ਦਰਵਾਜ਼ੇ ਤੋਂ ਬਾਹਰ ਤੇ ਅੱਧਾ ਅੰਦਰ। ਅੱਧਾ ਸੂਰਜ ਛਿਪਿਆ ਸੀ ਤੇ ਅੱਧਾ ਬਾਹਰ ਸੀ। ਤੇ ਕਹਿਣ ਲੱਗੇ, ਦੱਸ ਹੁਣ ਦਿਨ ਹੈ ਜਾਂ ਰਾਤ? ਕਹਿੰਦਾ, ਨਾ ਦਿਨ ਹੈ ਨਾ ਰਾਤ ਹੈ। ਤੂੰ ਅੰਦਰ ਹੈ ਜਾਂ ਬਾਹਰ ਹੈ? ਕਹਿੰਦਾ, ਨਾ ਅੰਦਰ ਹੈ ਨਾ ਬਾਹਰ ਆ। ਕਹਿੰਦਾ, ਧੁੱਪੇ ਜਾਂ ਛਾਵੇਂ ਹੈ? ਕਹਿੰਦਾ, ਨਾ ਧੁੱਪੇ ਨਾ ਛਾਵੇਂ ਹੈ। ਕਹਿੰਦਾ, ਦੱਸ ਤੈਨੂੰ ਮਾਰਨ ਕੌਣ ਲੱਗਾ? ਬੰਦਾ ਮਾਰਨ ਲੱਗਾ ਜਾਨਵਰ? ਉਹ ਨਰ ਸਿੰਘ ਦਾ ਜਿਹੜਾ ਰੂਪ ਸੀ ਨਾ, ਮੂੰਹ ਸ਼ੇਰ ਦਾ ਸੀ ਤੇ ਸਰੀਰ ਉਸ ਦਾ ਬੰਦੇ ਦਾ ਸੀ। ਤੇ ਕਹਿਣ ਲੱਗੇ, ਦੇਖ ਤੈਨੂੰ ਉਹਨੂੰ ਮਾਰਨ ਲੱਗੇ ਆ, ਉਹ ਵੀ ਕਿਸੇ ਹਥਿਆਰ ਨਾਲ ਨਹੀਂ, ਨਹੁੰਆਂ ਦੇ ਨਾਲ ਪਾੜ ਕੇ ਤੇ ਹਰਨਾਕਸ਼ ਨੂੰ ਮਾਰ ਦਿੱਤਾ ਸੀ। ਜਿਤਨੇ ਮਰਜ਼ੀ ਦੁੱਖ ਦਿੱਤੇ ਆਪਣੇ ਪੁੱਤਰ ਨੂੰ ਹਰਨਾਕਸ਼ ਨੇ, ਪਰ ਭਗਤ ਪ੍ਰਹਿਲਾਦ ਦੀ ਸਤਿਗੁਰਾਂ ਨੇ ਹਰ ਥਾਂ ਤੇ ਰੱਖਿਆ ਰੱਖੀ ਹੈ, ਰੱਖਿਆ ਕੀਤੀ ਹੈ। ਪਰ ਭਗਤ ਪ੍ਰਹਿਲਾਦ ਵਰਗਾ ਸਾਡਾ ਵੀ ਹਿਰਦਾ ਹੋਵੇ ਤੇ ਫਿਰ ਸਾਡੀ ਰੱਖਿਆ ਗੁਰਮੁਖ ਹੋ ਸਕਦੀ ਹੈ। ਅਸੀਂ ਵੀ ਮਨ ਆਪਣਾ ਉਸ ਭਗਤ ਪ੍ਰਹਿਲਾਦ ਵਰਗਾ ਬਣਾਈਏ ਤੇ ਬਣੇਗਾ ਕੇਵਲ ਬਾਣੀ ਪੜ੍ਹ ਕੇ, ਉੱਦਾਂ ਨਹੀਂ ਜੇ ਬਣਦਾ ਗੁਰਮੁਖ। ਮਨ ਵਿੱਚੋਂ ਵਿਕਾਰ ਕੱਢ ਦਈਏ, ਕਾਮ ਕਰੋ ਲੋਭ ਮੋਹ ਹੰਕਾਰ ਕੱਢ ਦਈਏ, ਕਿਸੇ ਦੀ ਨਿੰਦਿਆ ਕਰਨੀ ਚੁਗਲੀ ਕਰਨੀ ਛੱਡ ਦਈਏ, ਭੈੜੇ ਕਰਮ ਛੱਡ ਦਈਏ
जो मर्जी होवे, जिसकी मर्जी कोई अरदास भी कराई जाए ना, भावें आप भी कर ले, तो जो मत्था टेकना कह देना नानक नाम चढ़दी कला तेरे भाने सरबत दा भला, सरबत दा भला तो फिर मंग लिया। जिन्ना चिर सरबत दा भला नहीं मंगते उन्ना चिर गुरु तो बंद खलासी नहीं होनी। सतगुरु हर थां ते रखिया करदा है। अगे सतगुरु फिर फरमान करते हैं हरी लाल ते कृष्ण लाल नूं, कहन लगे किस तरह सतगुरु रखिया कर देंदे। हुण हरी लाल ते कृष्ण लाल ने बेनती कर दी, सतगुरु जी जिस मनुख की जिहड़ी उम्र है वह पुज जावे, भाव पूरी हो जावे, परमेश्वर भी मारना चाहे, उसनूं कोई रख सकता है कि नहीं रख सकता। हुण ये सवाल बड़ा कठिन है। तो सतगुरां ने उत्थे पंक्तियां उचारियां, जिसकी पूजै औध, जिसकी पूजै औध तिसै कौन राखई, वैदक अनक उपाव कहाँ लो भाखई। अंत समय इस प्राणी दे बचाउण वास्ते कोई भी जंतर मंत्र, कोई भी कर्म कांड जिहड़ा ना काम नहीं आउणा। जदों अंत समा गुरु के घर दे विचों धर्मराज की कचहरी चों आ गया ना गुरमुख, उदों जाना ही पैना। किस तरह जाना पैंदा है, सतगुरु एक साखी की उदाहरण देंदे ने। फिर राजे परिषद की साखी की उदाहरण देंदे ने। सतगुरु कहते एक समय एक राजा परिषद, एक समय ना राजा परिषद जिहड़ा सी शिकार खेडण वास्ते गया। इस दे अगों दी एक हिरन निकलिया, पर वह हाथ ना आया। राजे ने जतन बड़े कीते पर शिकार ना मिलिया। रस्ते विच एक जगह ते वे भांडव रिखी तप करदा वेखिया। इस एक पासे आके राजे ने पूछया कि हरन किस पासे गया है। ते रिखी अपने ध्यान दे विच मस्त सी ते राजे नूं कुछ ना उत्तर ना दिता। राजे ने क्रोध करके पास जाके एक मरिया होया सुका सप वेख के ते धनुख दे गोशे दे नाल उठा के रिखी दे गल च पा दिता ते अपने मंदिरां विच चला गया। हुण कई दिन गुजरन तो बाद जिस वेले विभांडव ऋषि जिहड़ा सी उहदा चेला आया सिंगी रिखी, ब्रह्म लोक दे विचों वर लैके आया कि मैं जो भी वचन कहां वो पूरा हुंदा जावे। जद गुरु जी पास आके पहुंचा तां की वेखदा है कि मेरे गुरु दे गल च किसी ने मरिया होया सप पाया है। तो जदों ने उस गल की पड़ताल की, पड़ताल करन तो पता लगा कि राजे परिषद ने पाया है। तो उन्हें उस वेले शराप दे दिता कि जिसने भी मेरे गुरु के गल में सप पाए ना वो सप की मौत ही मर जाएगा। इस शराप का पता विभांडव रिखी नूं भी लग गया। तद गुरु ने अपने चेले सिंगी रिखी नूं बुला के आख्या कि तू बड़ा माड़ा काम किया है। राजा तो बहुत धर्मात्मा सी, तू इसनूं शराप क्यों दिता है। तो सिंगी रिखी ने आख्या कि इसने आप जी के गल च सप क्यों पाया मरिया। तो उहदे गुरु ने आख्या कि इसने नहीं पाया, कलयुग ने पाया, कलयुग ने। क्योंकि एक समय इसनूं कलयुग आके मिलिया सी। उसने आख्या ये राजन मैं कित्थे रहां। तो राजे ने आख्या जिथे जुआरीए चोर यार वगैरह होण ना तो उत्थे जिया कर। तो कलयुग ने आख्या मेरे रहन वास्ते कोई चंगी जगह दसो। तो राजा ने कहा कि सोने पर भी निवास कर सकदा है। पर यह सुन के कलयुग जिहड़ा चला गया। जिस वेले ये राजा मेरे पास आया सी उस वेले कलयुग इस दे मुकुट के उत्ते मुखी का रूप धार के बैठा होया सी। उस कलयुग ने विपरीत बुद्धि करवा के इस पासों मेरे गल च सप पवाया है। इसलिए ये शराप नहीं देना चाहता, ये दरेड़ा तेनों शराप नहीं सी देना चाहिए। हुण सिंगी रिखी ने आख्या मेरा वजन टल है, ये तो मुड़ नहीं सकता, ये हुण वश हो के रहेगा। उस वेले भांडव ऋषि ने राजे नूं पता भेज दिता कि तू 7 दिनों में मर जाना है, इसलिए तू अपना बंदोबस्त कर लै। हुण जिस वेले राजे परिषद ने शराप सुनिया तो राजा ने उस वेले अपनी जान बचाने वास्ते मंत्रियों नूं हुक्म दे के ते
ਗੰਗਾ ਦੇ ਚੱਲਦੇ ਪ੍ਰਵਾਹ ਦੇ ਵਿੱਚ ਸ਼ੀਸ਼ ਮਹੱਲ ਦਰਬਾਰ ਤਿਆਰ ਕਰਵਾ ਲਿਆ, ਜਿਸ ਵਿੱਚ ਕੀੜੀ ਵੀ ਜਾਂਦੀ ਜਿਹੜੀ ਸੀ ਨਿਗਾਹ ਆਉਂਦੀ ਹੋਵੇ। ਉਹ ਸ਼ੀਸ਼ ਮਹੱਲ ਦੇ ਵਿੱਚ ਸੁਖਦੇਵ ਰਿਸ਼ੀ ਦੇ ਪਾਸੋਂ ਸ਼੍ਰੀਮਦ ਭਗਵਤ ਦਾ ਪਾਠ ਵੀ ਕਰਵਾਇਆ ਗਿਆ। ਬੜੀ ਸੰਪੂਰਨ ਵਿਧੀ ਦੇ ਨਾਲ ਪਾਠ ਹੁੰਦਾ ਰਿਹਾ। ਤੇ ਜਿਸ ਵੇਲੇ ਧਨੰਤਰ ਵੈਦ ਨੂੰ ਪਤਾ ਲੱਗਾ ਕਿ ਸਿੰਘੀ ਰਿਸ਼ੀ ਦੇ ਸ਼ਰਾਪ ਕਰਕੇ ਰਾਜੇ ਪ੍ਰੀਸ਼ਤ ਨੇ ਹੁਣ ਮਰ ਜਾਣਾ ਹੈ, ਚਿੱਤ ਵਿੱਚ ਬੜਾ ਅਫਸੋਸ ਕਰਦਾ ਹੋਇਆ ਤੁਰ ਪਿਆ। ਜਿਸ ਤਰ੍ਹਾਂ ਵੀ ਹੋਵੇ ਇਹੋ ਜਿਹੇ ਧਰਮਾਤਾ ਰਾਜੇ ਨੂੰ ਕਹਿਣ ਲੱਗਾ ਬਚਾਉਣਾ ਚਾਹੀਦਾ। ਤੇ ਜਿਸ ਵੇਲੇ ਵੀ ਤਸ਼ਕ ਰਾਜ ਪ੍ਰੀਸ਼ਤ ਨੂੰ ਮਾਰੇਗਾ ਮੈਂ ਉਸ ਨੂੰ ਜਿੰਦਾ ਕਰ ਦੇਵਾਂਗਾ। ਪਰ ਗੁਰਮੁਖੋ ਸ਼ੀਸ਼ੇ ਦੇ ਮਹਿਲ ਵੀ ਤਿਆਰ ਕੀਤੇ ਗਏ, ਪਰ ਕੀ ਹੋਇਆ, ਉਹਨੂੰ ਇੱਕ ਜਿਹੜਾ ਨਾ ਬੜਾ ਭੈੜਾ ਉਹਨੂੰ ਇੱਕ ਸਵਾਦ ਸੀ ਫੁੱਲਾਂ ਦੀ ਸਮੈਲ ਲੈਣ ਦਾ, ਫੁੱਲਾਂ ਦੀ ਖੁਸ਼ਬੂ ਲੈਣ ਦਾ। ਉਹਨੇ ਸ਼ੀਸ਼ੇ ਦਾ ਮਹੱਲ ਤੇ ਤਿਆਰ ਕਰਵਾ ਲਿਆ ਕਿ ਸੱਪ ਆਉਂਦਾ, ਇੱਕ ਤਾਂ ਸੱਪ ਚੜ੍ਹ ਨਹੀਂ ਸਕੇਗਾ, ਜੇ ਚੜ੍ਹ ਵੀ ਗਿਆ ਤੇ ਸ਼ੀਸ਼ੇ ਦੇ ਵਿੱਚੋਂ ਦਿਖ ਪਵੇਗਾ। ਪਾਣੀ ਵਿੱਚ ਮਹੱਲ ਤਿਆਰ ਕਰਵਾਇਆ, ਪਰ ਨਹੀਂ ਗੁਰਮੁਖੋ ਜਦੋਂ ਉਮਰ ਪੂਰੀ ਹੋਣੀ ਹੋਵੇ ਨਾ, ਜਿਸ ਕੀ ਪੂਜੇ ਔਧ ਤਿਨੈ ਕੌਣ ਰਾਖਈ, ਉਹਨੂੰ ਕੋਈ ਵੀ ਨਹੀਂ ਗੁਰਮੁਖੋ ਰੱਖ ਸਕਦਾ। ਇਹੀ ਸਵਾਲ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਕੀਤਾ ਹੈ ਕਿ ਕੋਈ ਰੱਖ ਸਕਦਾ ਹੈ ਉਹਨੂੰ ਜਦੋਂ ਉਮਰ ਪੂਰੀ ਹੋ ਜਾਏ ਤੇ ਨਹੀਂ। ਤੇ ਸਤਿਗੁਰੂ ਉਹਦੀ ਨਿਰਵਿਰਤੀ ਕਰਦੇ ਨੇ, ਕਹਿੰਦੇ ਮਹੱਲ ਵੀ ਤਿਆਰ ਕਰਵਾ ਲਿਆ। ਜਦੋਂ ਫੁੱਲਾਂ ਦੀ ਖੁਸ਼ਬੂ ਲੈਣ ਲਈ ਫੁੱਲਾਂ ਦਾ ਭਰਿਆ ਹੋਇਆ ਟੋਕਰਾ ਜਿਹੜਾ ਆਇਆ ਨਾ, ਥਾਲ ਆਇਆ, ਉਹਦੇ ਵਿੱਚ ਇੱਕ ਸੱਪ ਦਾ ਬੱਚਾ ਸਮੋ ਕੇ ਆ ਗਿਆ ਜਿਹੜਾ ਬੜਾ ਜ਼ਹਿਰੀਲਾ ਸੀ। ਜਦੋਂ ਫੁੱਲਾਂ ਦੀ ਖੁਸ਼ਬੂ ਲੈਣ ਲੱਗਾ ਉਹਦੇ ਨੱਕ ਦੇ ਉੱਤੇ ਡੰਗ ਮਾਰਿਆ ਤੇ ਰਾਜਾ ਜਿਹੜਾ ਸੀ ਨਾ ਉਹਦੀ ਉੱਥੇ ਮ੍ਰਿਤਿੂ ਹੋ ਗਈ। ਉਹਦੀ ਹੁਣ ਮ੍ਰਿਤਿੂ ਹੋ ਗਈ ਰਾਜਾ ਪ੍ਰੀਸ਼ਦ ਦੀ। ਤੇ ਜਿਹੜਾ ਵੈਦ ਸੀ ਉਹਨੇ ਵੀ ਬੜੇ ਯਤਨ ਕੀਤੇ, ਪਰ ਨਹੀਂ ਗੁਰਮੁਖੋ ਜਿਸ ਕੀ ਪੂਜੈ ਔਧ ਤਿਨੈ ਕੌਣ ਰਾਖਈ। ਸਤਿਗੁਰੂ ਕਹਿਣ ਲੱਗੇ ਹਰੀ ਲਾਲ ਕ੍ਰਿਸ਼ਨ ਲਾਲ, ਜਿਹਦੀ ਔਧ ਪੁੱਜ ਜਾਵੇ ਨਾ, ਜਿਹਦੀ ਉਮਰ ਪੂਰੀ ਹੋ ਜਾਵੇ, ਉਹਨੂੰ ਫਿਰ ਕੋਈ ਰੱਖ ਨਹੀਂ ਸਕਦਾ। ਅੱਗੇ ਸਤਿਗੁਰੂ ਇਸੇ ਗੱਲ ਦੀ ਨਿਰਵਿਰਤੀ ਕਰਦੇ ਕਹਿਣ ਲੱਗੇ ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸਹਿ। ਸਤਿਗੁਰੂ ਕਹਿਣ ਲੱਗੇ ਰਾਜਾ ਪ੍ਰੀਸ਼ਤ ਆਪਣੇ ਮਰਨੇ ਨੂੰ ਸੁਣ ਕੇ ਤੇ ਬਹੁਤ ਸਾਰੇ ਯਤਨ ਕਰਦਾ ਹੋਇਆ ਔਸ਼ਧੀ ਕਰਨ ਵਿਖੇ ਵੀ ਬੜੇ ਬਲ ਵਾਲਾ ਧਨੰਤਰ ਵੈਦ ਉਸ ਨੂੰ ਵੀ ਬੁਲਵਾਇਆ, ਪਰ ਉਹ ਤਾਂ ਰਾਹ ਦੇ ਵਿੱਚ ਹੀ ਮਰ ਗਿਆ। ਭਾਵ ਉਹਦਾ ਵੀ ਜਿਹੜਾ ਇਲਾਜ ਸੀ ਉਹਨੂੰ ਬਚਾ ਨਹੀਂ ਸਕਿਆ। ਸਤਿਗੁਰੂ ਕਹਿਣ ਲੱਗੇ ਬੜੇ ਬੜੇ ਬਲ ਦੇ ਕਰਨ ਵਾਲੇ ਸੂਰਮੇ ਸਨ, ਉਹਨਾਂ ਕਰਕੇ ਜੋ ਚਾਰੋਂ ਤਰਫੋਂ ਸੇਵਨੇ ਜੋਗ ਭਾਵ ਆਪਣੇ ਸ਼ੀਸ਼ ਮਹਿਲ ਦੇ ਚਾਰੋਂ ਤਰਫ ਜਿਸ ਨੂੰ ਸੂਰਮੇ ਖੜੇ ਵੀ ਕਰ ਦਿੱਤੇ। ਤੇ ਜਦੋਂ ਤਸ਼ਕ ਨਾਗ ਆ ਹੀ ਨਾ ਪਾਵੇ ਤੇ ਕਹਿੰਦੇ ਤਾਂ ਵੀ ਆ ਕੇ ਤੇ ਉਹਦੀ ਜਿਹੜੀ ਮ੍ਰਿਤਿੂ ਸੀ ਆ ਗਈ ਸੀ। ਅੱਗੇ ਸਤਿਗੁਰੂ ਕਹਿੰਦੇ ਨੇ ਬਿਖਮ ਥਾਨ ਬਸੰਤ ਉੱਚਹਿ ਨੈ ਸਿਮਰੰਤ ਮਰਨੰ ਕਦੰਚਹਿ। ਕਹਿੰਦੇ ਨੇ ਕਾਸ਼ੀ ਵਿੱਚ ਜਾ ਕੇ ਕਠਨ ਗੰਗਾ ਦੇ ਚੱਲਦੇ ਪ੍ਰਵਾਹ ਵਿੱਚ ਉੱਚੇ ਸਥਾਨ ਭਾਵ ਸ਼ੀਸ਼ ਮਹਿਲ ਨੂੰ ਬਣਾ ਕੇ ਵਸਦਾ ਹੋਇਆ ਸ਼੍ਰੀਮਦ ਭਗਵਤ ਗੀਤਾ ਦਾ ਸਵਤਾ ਪਾਠ ਕਰਵਾ ਦਿੱਤਾ। ਜੋ ਆਪਣੇ ਮਰਨੇ ਨੂੰ ਕਦਾਚਿਤ ਸਿਮਰਦਾ ਨਾ ਹੋਇਆ, ਆਖਦਾ ਸੀ ਕਿ ਮੈਂ ਮਰਨਾ ਨਹੀਂ, ਪਰ ਕੀ ਹੋਇਆ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸਿਆ ਕਰ ਕਥੇ। ਗੁਰੂ ਜੀ ਕਥਨ ਕਰਦੇ ਨੇ ਰਹੀ ਲਾਲ ਕ੍ਰਿਸ਼ਨ ਲਾਲ, ਜਿਸ ਵੇਲੇ ਭਗਵਾਨ ਪੁਰਖ ਦੀ ਆਗਿਆ ਹੋਈ ਤਾਂ ਤਸ਼ਕ ਨਾਗ ਨੇ ਪਹਿਲੇ ਤਾਂ ਰਾਹ ਵਿੱਚ ਹੀ ਧਨੰਤਰ ਵੈਦ ਦੇ ਸਵਾਸ ਖਿੱਚ ਲਏ, ਉਹਨੂੰ ਵੀ ਮਾਰ ਦਿੱਤਾ। ਪਿਛੋਂ ਫੁੱਲਾਂ ਦੇ ਵਿੱਚ ਪ੍ਰਵੇਸ਼ ਕਰਕੇ ਕੀੜੀ ਰੂਪ ਦੇ ਵਿੱਚ ਸ਼ੀਸ਼ ਮਹੱਲ ਵਿਖੇ ਪਹੁੰਚਿਆ ਤੇ ਪ੍ਰੀਸ਼ਤ ਰਾਜੇ ਦੇ ਸਵਾਸ ਨੂੰ ਵੀ ਆਖਰਕਾਰ ਖਿੱਚ ਲਿਆ। ਸਾਚੇ ਸਾਹਿਬ ਮਾਰਿਆ ਕੌਣ ਤਿਸਨੋਂ ਰੱਖੈ, ਨਾਨਕ ਤਿਸ ਰਨਾਗਦੀ ਜੋ ਪੁਰਖ ਅਲਖੈ।
इस तरह सतगुरु कहन लगे ते हरी लाल कृष्ण लाल जिहदी औद पुज जावे ना उन्होंने कोई भी नहीं रख सकता, दुनिया का कोई भी मनुख नहीं रख सकता। तो हुण हरी लाल ते कृष्ण लाल ने बेनती की, गुरु जी सतगुर जी कलयुग दे विच इस जीव नूं किहड़े कर्म करने योग ने जिस करके आउणा जाना भरम ते मोह जिहड़ा मिट जावे। ये हुण सवाल कीता है, किस तरह सतगुर जी इन्हां सवालों का हरी लाल ते कृष्ण लाल नूं जवाब दिंदे ने, कल दी विचार दे विच असीं सरवण करांगे। सतगुरु किरपा करन साडे सीस दे उत्ते मेहर भरिया हत्थ रखन। इसे तरह सानूं अमृत वेले दी दात, अमृत वेले हाजरी भरन दी दात बख्शण। सतगुरां दे कोलों दातां गुरमुखों वो मंगीए जिहड़ियां दातां सदा ही सुख देण वालियां ने। वो दात केवल तां केवल नाम दी दात, सेवा सिमरन दी दात है। जेकर ऐसियां दातां सतगुरां कोलों मंगांगे फिर की मिलेगा? सुख ही सुख, दुनिया सुख, अगे दरगाह सुख। जिवें सतगुरां दा फरमान लोक सुखीए पर लोक सुहेले, नानक हर प्रभ आपे मेले। विचारां करदिआं एक नहीं, अनेकां प्रकार दीआं भुलां हो जाणीआं सुभाविक ने। सतगुरां दी संगत बख्शण जोग बख्श लेना। आओ हुण श्री आनंद साहिब जी के जाप तो उपरंत अरदास बेनती होवेगी। एक बारी सारे फतेह का जवाब फतेह देन जी कृपालता करो। कोई भी रसना वांझी ना रहे, सारे करो मुख पवित्र सारी आखो जी वाहिगुरू जी का खालसा वाहिगुरू जी की फतेह।